हेलो फ्रेंड्स, वेलकम टू आवर पार्स कोचिंग चैनल। आज हम कॉस्ट काउंटिंग दे इंटीग्रल काउंटिंग सिस्टम बारे में क्या करेंगे, डिस्कस करेंगे। इंटीग्रल काउंटिंग वो काउंटिंग होता है जिस ऑर्गेनाइजेशन ਦੇ ਵਿੱਚ इंटीग्रल काउंटिंग सिस्टम अपनाया ਜਾਂਦਾ ਹੈ ਉੱਥੇ ਕੋਸਟ ਤੇ ਫਾਈਨੈਂਸ਼ੀਅਲ ਤੇ ਬੁੱਕਸ ਅਕਾਊਂਟਸ ਇਕੱਠੀਆਂ ਰੱਖੀਆਂ ਜਾਂਦੀਆਂ। ਕੀ ਰੱਖੀਆਂ ਜਾਂਦੀਆਂ? ਕੋਸਟ ਤੇ ਫਾਈਨੈਂਸ਼ੀਅਲ ਦੀਆਂ ਬੁੱਕਸ ਅਕਾਊਂਟਸ ਕੀ ਰੱਖੀਆਂ ਜਾਂਦੀਆਂ? ਇਕੱਠੀਆਂ ਰੱਖੀਆਂ ਜਾਂਦੀਆਂ ਹਨ। ਇਹਦੇ ਨਾਲ ਕੀ ਹੁੰਦਾ ਹੈ ਵੀ ਆਪਾਂ ਨੂੰ ਰਿਕਨਸੀਲੇਸ਼ਨ ਦੀ ਕੀ ਹੈ ਜ਼ਰੂਰਤ ਨਹੀਂ ਪੈਂਦੀ। ਇਹਨਾਂ ਕੀ ਨਹੀਂ ਪੈਂਦੀ ਆਪਾਂ ਨੂੰ? ਰਿਕਨਸੀਲੇਸ਼ਨ ਦੀ ਕੀ ਨਹੀਂ ਪੈਂਦੀ ਆਪਾਂ ਨੂੰ? ਜ਼ਰੂਰਤ ਨਹੀਂ ਪੈਂਦੀ। ਤਾਂ ਉੱਥੇ ਕੀ ਹੈ ਇੰਟੈਗਰਲ ਕਾਊਂਟਿੰਗ ਸਿਸਟਮ ਕੀ ਹੈ ਅਪਣਾਇਆ ਜਾਂਦਾ ਹੈ। ਤੁਹਾਨੂੰ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਨॉन ਇੰਟੈਗਰਲ ਵਾਲੀ ਵੀਡੀਓ ਅਪਲੋਡ ਕੀਤੀ ਹੈ ਉਹ 'ਚ ਤੁਹਾਨੂੰ ਦੱਸਿਆ ਸੀ ਵੀ ਜਿੱਥੇ ਕੋਸਟ ਤੇ ਫਾਈਨੈਂਸ਼ੀਅਲ ਬੁੱਕਸ ਦੋਵੇਂ ਅਲੱਗ-ਅਲੱਗ ਰੱਖੀਆਂ ਜਾਂਦੀਆਂ ਹਨ ਉੱਥੇ ਕੀ ਲੋੜ ਪੈਂਦੀ? ਰਿਕਨਸੀਲੇਸ਼ਨ ਦੀ ਲੋੜ ਪੈਂਦੀ ਹੈ। ਹੁਣ ਇਹ ਆਪਾਂ ਚੈਪਟਰ ਕਿਹੜਾ ਕਰ ਰਹੇ ਹਾਂ? ਇੰਟੈਗਰਲ ਕਾਊਂਟਿੰਗ ਵਾਲਾ ਕਰ ਰਹੇ ਹਾਂ। ਇੰਟੈਗਰਲ ਕਾਊਂਟਿੰਗ ਉਹ ਕਾਊਂਟਿੰਗ ਹੁੰਦਾ ਜਿੱਥੇ ਕੋਸਟ ਤੇ ਫਾਈਨੈਂਸ਼ੀਅਲ ਬੁੱਕਸ ਕੀ ਦੋਵੇਂ ਕੀ ਇਕੱਠੀਆਂ ਰੱਖੀਆਂ ਜਾਣ ਉੱਥੇ ਰਿਕਨਸੀਲੇਸ਼ਨ ਦੀ ਕੀ ਨਹੀਂ ਪੈਂਦੀ? ਜ਼ਰੂਰਤ ਨਹੀਂ ਪੈਂਦੀ। ਉਹਨੂੰ ਇੰਟੈਗਰਲ ਕਾਊਂਟਿੰਗ ਕਿਹਾ ਜਾਂਦਾ। ਉਹਨੂੰ ਕੀ ਕਿਹਾ ਜਾਂਦਾ ਹੈ? ਇੰਟੈਗਰਲ ਕਾਊਂਟਿੰਗ ਕਿਹਾ ਜਾਂਦਾ ਹੈ। ਹੁਣ ਆਪਾਂ ਮੀਨਿੰਗ ਆਫ ਇੰਟੈਗਰਲ ਕਾਊਂਟਿੰਗ ਦੇਖਦੇ ਕੀ ਕਹਿੰਦੇ ਆ। ਦ ਰਿਕਨਸੀਲੇਸ਼ਨ ਆਫ ਕੋਸਟ ਐਂਡ ਫਾਈਨੈਂਸ਼ੀਅਲ ਅਕਾਊਂਟ ਇਜ਼ ਫ੍ਰੀਕੁਐਂਟਡ ਟਾਸਕ। ਕਿ ਜਦੋਂ ਆਪਾਂ ਕੋਸਟ ਤੇ ਫਾਈਨੈਂਸ਼ੀਅਲ ਅਕਾਊਂਟ ਦਾ ਰਿਕਨਸੀਲੇਸ਼ਨ ਕਰਦੇ ਹਾਂ ਉਹਦਾ ਅਲੱਗ-ਅਲੱਗ, ਕਿਉਂਕਿ ਜਦੋਂ ਕੋਸਟ ਤੇ ਫਾਈਨੈਂਸ਼ੀਅਲ ਬੁੱਕਸ ਦੋਵੇਂ ਅਲੱਗ-ਅਲੱਗ ਰੱਖੀਆਂ ਜਾਂਦੀਆਂ ਮਤਲਬ ਦੋਵੇਂ ਕਿ ਅਲੱਗ-ਅਲੱਗ ਕੰਮ ਕੀਤੇ ਜਾਂਦਾ ਉਦੋਂ ਰਿਕਨਸੀਲੇਸ਼ਨ ਦੀ ਜ਼ਰੂਰਤ ਪੈਂਦੀ ਹੈ। ਤਾਂ ਕਹਿੰਦਾ ਦ ਰਿਕਨਸੀਲੇਸ਼ਨ ਆਫ ਕੋਸਟ ਐਂਡ ਫਾਈਨੈਂਸ਼ੀਅਲ ਅਕਾਊਂਟਸ ਇਜ਼ ਫ੍ਰੀਕੁਐਂਟਲੀ ਟਾਸਕ। ਇੱਕ ਇਹ ਦੋਵੇਂ ਕੀ ਹੈ? ਅਲੱਗ-ਅਲੱਗ ਟਾਸਕ ਹੈ ਜੇ ਰਿਕਨਸੀਲੇਸ਼ਨ ਕਰਨਾ। ਕੋਸਟ ਤੇ ਫਾਈਨੈਂਸ਼ੀਅਲ ਅਕਾਊਂਟ ਕੀ ਫ੍ਰੀਕੁਐਂਟਲੀ ਕੀ ਹੈ? ਟਾਸਕ ਹੈ। ਕਾਲਿੰਗ ਫॉर ਕੰਸੀਡਰੇਬਲ ਐਕਸਪੈਂਡੀਚਰ ਆਫ ਟਾਈਮ, ਇਹਨਾਂ ਕੀ ਆਪਣੇ ਕੀ ਹੈ? ਸਮੇਂ ਦਾ ਵੀ ਖਰਚ ਹੁੰਦਾ, ਠੀਕ ਹੈ, ਅਤੇ ਟਾਈਮ ਐਫਰਟਸ ਵੀ ਬਹੁਤ ਲੱਗਦੇ ਆ। ਮਚ ਆਫ ਵਿਚ ਕੈਨ ਬੀ ਅਵੋਇਡਡ, ਕਹਿੰਦਾ ਆਪਾਂ ਇਹਨਾਂ ਤੋਂ ਕੀ ਹੋ ਸਕਦੇ ਆ? ਅਵੋਇਡ ਰਹਿ ਸਕਦੇ ਆ। ਇਹਨਾਂ ਤੋਂ ਕੀ ਰਹਿ ਸਕਦੇ ਆ? ਆਪਾਂ ਅਵੋਇਡ ਰਹਿ ਸਕਦੇ ਆ ਇਫ ਬੁੱਕਸ ਆਰ ਸੁਟੇਬਲ ਡਿਜ਼ਾਈਨ ਐਂਡ ਦ ਕਨਸੈਪਟ ਆਫ ਸੈਪਰੇਟ ਪ੍ਰੋਫਿਟ ਐਂਡ ਲੋਸ ਕਾਊਂਟ ਫॉर ਫਾਈਨੈਂਸ਼ੀਅਲ ਐਂਡ ਕੋਸਟਿੰਗ ਪਰਪਸ ਡਿਸਕਾਰਡ ਇਨ ਫੇਵਰ ਆਫ ਯੂਨੀਫਾਈਡ ਕਾਊਂਟਿੰਗ। ਕਹਿੰਦਾ ਆਪਾਂ ਨੂੰ ਇਹ ਕਹਿੰਦਾ ਵੀ ਸਾਨੂੰ ਇਹਨਾਂ ਚੀਜ਼ਾਂ ਤੋਂ ਅਵੋਇਡ ਰਹਿ ਸਕਦੇ ਆ ਕਿ ਕੋਸਟ ਤੇ ਫਾਈਨੈਂਸ਼ੀਅਲ ਨੂੰ ਕੀ ਨੇ ਆਪਾਂ ਨੂੰ ਕੀ ਅਲੱਗ-ਅਲੱਗ ਰੱਖਣ ਦੀ ਕੀ ਜ਼ਰੂਰਤ ਨਹੀਂ। ਜੇ ਕਹਿੰਦਾ ਆਪਾਂ ਬੁੱਕਸ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਵੇ ਕਨਸੈਪਟ ਨੂੰ ਵੀ ਜਿਹੜਾ ਆਪਾਂ ਸੈਪਰੇਟ ਪ੍ਰੋਫਿਟ ਐਂਡ ਲੋਸ ਅਕਾਊਂਟ ਫਾਈਨੈਂਸ਼ੀਅਲ ਅਕਾਊਂਟ ਤੇ ਕੋਸਟਿੰਗ ਪਰਪਸ ਲਈ ਜੋ ਆਪਾਂ ਅਲੱਗ-ਅਲੱਗ ਬੁੱਕਸ ਰੱਖਦੇ ਹਾਂ ਅਲੱਗ-ਅਲੱਗ ਪ੍ਰੋਫਿਟ ਐਂਡ ਲੋਸ ਅਕਾਊਂਟ ਕੀ ਕਰਦੇ ਹਾਂ? ਤਿਆਰ ਕਰਦੇ ਹਾਂ ਕਿ ਉਹਨੂੰ ਡਿਸਕਾਰਡ ਕਰ ਦਿੱਤਾ ਜਾਵੇ। ਕੀ ਕਰ ਦਿੱਤਾ ਜਾਵੇ? ਰਿਮੂਵ ਕਰ ਦਿੱਤਾ ਜਾਵੇ। ਉਹ ਸਿਸਟਮ ਨੂੰ ਕੀ ਕਰ ਦਿੱਤਾ ਜਾਵੇ? ਰਿਮੂਵ ਕਰ ਦਿੱਤਾ ਜਾਵੇ। ਕਿਹਦੇ ਫੇਵਰ 'ਚ? ਯੂਨੀਫਾਈਡ ਕਾਊਂਟਿੰਗ ਦੇ ਫੇਵਰ 'ਚ ਕੀ ਹੈ ਆਪਾਂ ਨੂੰ ਕਰ ਦਿੱਤਾ ਜਾਵੇ। ਮਤਲਬ ਜਿਹੜਾ ਆਪਣੇ ਕੋਲ ਅਲੱਗ-ਅਲੱਗ ਜਿਹੜੀ ਕੋਸਟ ਤੇ ਫਾਈਨੈਂਸ਼ੀਅਲ ਬੁੱਕਸ ਰੱਖਦੇ ਆ ਅਤੇ ਪ੍ਰੋਫਿਟ ਐਂਡ ਲੋਸ ਅਕਾਊਂਟ ਸੈਪਰੇਟ ਤਿਆਰ ਕਰਦੇ ਆ ਤਾਂ ਕਹਿੰਦਾ ਆਪਾਂ ਨੂੰ ਕਿਉਂ ਡਿਸਕਾਰਡ ਕਰਦਾ? ਰਿਮੂਵ ਕਰ ਦਿੱਤਾ ਜਾਵੇ। ਸਾਨੂੰ ਯੂਨੀਫਾਈਡ ਕਾਊਂਟਿੰਗ ਸਿਸਟਮ ਅਪਣਾਉਣਾ ਚਾਹੀਦਾ। ਇੱਕ ਸਾਰਤਾ ਕੀ ਅਪਣਾਉਣੀ ਚਾਹੀਦੀ ਹੈ? ਕਾਊਂਟਿੰਗ ਅਪਣਾਉਣੀ ਚਾਹੀਦੀ ਹੈ ਜਿਹੜੀ ਕੀ ਹੈ ਦੋਵਾਂ ਲਈ ਕੀ ਹੈ ਇੱਕੋ ਹੋਣੀ ਚਾਹੀਦੀ ਹੈ। ਫਾਈਨੈਂਸ਼ੀਅਲ ਲਈ ਵੀ ਇੱਕੋ ਹੋਣਾ ਚਾਹੀਦਾ ਤੇ ਕੋਸਟਿੰਗ ਪਰਪਸ ਲਈ ਵੀ ਕੀ ਹੋਣਾ ਚਾਹੀਦਾ ਹੈ? ਇੱਕੋ ਹੋਣਾ ਚਾਹੀਦਾ। ਦੋਵੇਂ ਕੀ ਅਲੱਗ-ਅਲੱਗ ਨਹੀਂ ਤਿਆਰ ਕਰਨੇ। ਲਿਖਣਾ ਸੈਪਰੇਟ ਪ੍ਰੋਫਿਟ ਐਂਡ ਲੋਸ ਅਕਾਊਂਟ ਫॉर ਫਾਈਨੈਂਸ਼ੀਅਲ ਐਂਡ ਕੋਸਟਿੰਗ ਪਰਪਸ। ਫਿਰ ਸਾਨੂੰ ਅਲੱਗ-ਅਲੱਗ ਪ੍ਰੋਫਿਟ ਐਂਡ ਲੋਸ ਅਕਾਊਂਟ ਨਹੀਂ ਤਿਆਰ ਕਰਨੇ ਚਾਹੀਦੇ ਫਾਈਨੈਂਸ਼ੀਅਲ ਤੇ ਕੋਸਟਿੰਗ ਪਰਪਸ। ਉਹਨੂੰ ਡਿਸਕਾਰਡ ਕਰ ਦਿੱਤਾ ਜਾਵੇ। ਕੀ ਲਿਆਉਣਾ ਚਾਹੀਦਾ? ਯੂਨੀਫਾਈਡ ਕਾਊਂਟਿੰਗ ਵਿੱਚ ਇੱਕ ਸਾਰਤਾ ਨਹੀਂ ਹੋਣੀ ਚਾਹੀਦੀ। ਕਾਊਂਟਿੰਗ ਵੀ ਸਾਨੂੰ ਇੱਕੋ ਸਿਸਟਮ ਅਪਣਾਉਣਾ ਚਾਹੀਦਾ ਹੈ ਸਾਰਿਆਂ ਲਈ। ਕੋਸਟ ਤੇ ਫਾਈਨੈਂਸ਼ੀਅਲ ਲਈ ਵੀ ਕੀ ਪ੍ਰੋਫਿਟ ਲੋਸ ਅਕਾਊਂਟ ਕੀ ਕੀਤਾ ਜਾਣਾ ਚਾਹੀਦਾ ਹੈ? ਤਿਆਰ ਕੀਤਾ ਜਾਣਾ ਚਾਹੀਦਾ ਹੈ। ਸੱਚੇ ਸਿਸਟਮ ਆਫ ਕਾਊਂਟਿੰਗ ਇਜ਼ ਰੈਫਰ ਟੂ ਐਜ਼ ਇੰਟੈਗਰਲ ਔਰ ਇੰਟੀਗ੍ਰੇਟ। ਜਿਹੜੇ ਇਹ ਸਿਸਟਮ ਨੂੰ ਕੀ ਕਿਹਾ ਜਾਂਦਾ? ਇੰਟੈਗਰਲ ਤੇ ਇੰਟੀਗ੍ਰੇਟ ਸਿਸਟਮ ਕਿਹਾ ਜਾਂਦਾ ਜਿੱਥੇ ਕਿ ਆਪਣੇ ਕੋਲ ਕੋਸਟ ਤੇ ਫਾਈਨੈਂਸ਼ੀਅਲ ਲਈ ਕੀ ਹੈ ਇੱਕ ਹੀ ਪ੍ਰੋਫਿਟ ਐਂਡ ਲੋਸ ਅਕਾਊਂਟ ਤਿਆਰ ਕੀਤਾ ਜਾਂਦਾ ਮਤਲਬ ਦੋਵੇਂ ਬੁੱਕਸ ਕੀ ਹੈ ਇਕੱਠੀਆਂ ਰੱਖੀਆਂ ਜਾਂਦੀਆਂ ਹਨ। ਉਹਨੂੰ ਕਿਹੜਾ ਸਿਸਟਮ ਕਿਹਾ ਜਾਂਦਾ? ਇੰਟੈਗਰਲ ਕਾਊਂਟਿੰਗ ਸਿਸਟਮ ਕਿਹਾ ਜਾਂਦਾ ਹੈ। Thus, integral counting is a system of recording financial and costing transaction in one self-contained ledgers। ਕਿ ਜਿਹੜਾ ਇੰਟੈਗਰਲ ਕਾਊਂਟ ਸਿਸਟਮ ਹੈ ਉਹ 'ਚ ਕਹਿੰਦੇ ਸਾਰੀ ਰਿਕਾਰਡਿੰਗ ਕੀਤੀ ਜਾਂਦੀ ਕਿਹਦੀ? ਫਾਈਨੈਂਸ਼ੀਅਲ ਅਤੇ ਕੋਸਟਿੰਗ ਟ੍ਰਾਂਜੈਕਸ਼ਨ ਵੀ ਜਿਹੜੀ ਫਾਈਨੈਂਸ਼ੀਅਲ 'ਚ ਪਾਈ ਜਾਂਦੀ ਰਿਕਾਰਡ ਕੀਤੀ ਜਾਂਦੀ ਹੈ। ਕੋਸਟ ਉਹ ਸਾਰੀ ਕੀ ਇਹਦੇ ਵਿੱਚ ਕੀ ਰਿਕਾਰਡ ਕੀਤੀ ਜਾਂਦੀ ਹੈ ਕਾਊਂਟਿੰਗ ਸਿਸਟਮ ਦੇ ਵਿੱਚ ਇੱਕ ਸੈਲਫ ਕੰਟੇਨ ਲੇਜ਼ਰ ਮਤਲਬ ਇੱਕ ਹੀ ਲੇਜ਼ਰ ਦੇ ਵਿੱਚ ਕੀ ਕੀਤੇ ਜਾਂਦੇ ਇਹਨਾਂ ਨੂੰ ਰੱਖਿਆ ਜਾਂਦਾ ਹੈ। ਉਹਨੂੰ ਕੀ ਕਿਹਾ ਜਾਂਦਾ? ਇੰਟੀਗ੍ਰੇਟ ਲੇਜ਼ਰ ਕਿਹਾ ਜਾਂਦਾ। ਉਹਨੂੰ ਕੀ ਕਿਹਾ ਜਾਂਦਾ? ਇੰਟੀਗ੍ਰੇਟ ਲੇਜ਼ਰ ਵੀ ਜਿੱਥੇ ਕਿ ਦੋਵਾਂ ਨੂੰ ਕੀ ਹੈ ਇਕੱਠਾ ਰੱਖਿਆ ਜਾਂਦਾ ਇਕੱਠੇ ਟ੍ਰਾਂਜੈਕਸ਼ਨ ਰਿਕਾਰਡ ਕੀਤੇ ਜਾਂਦੀ ਹੈ। ਉਹਨੂੰ ਕੀ ਕਿਹਾ ਜਾਂਦਾ? ਸੈਲਫ ਕੰਟੇਨ ਲੇਜ਼ਰ ਜਿਹ 'ਚ ਇੱਕ ਚੀਜ਼ ਰਿਕਾਰਡ ਕੀਤੀ ਜਾਂਦੀ ਹੈ ਉਹਨੂੰ ਇੰਟੈਗਰੇਟ ਲੇਜ਼ਰ ਕਿਹਾ ਜਾਂਦਾ ਹੈ। ਐਡਵਾਂਟੇਜ ਕੀ ਹੈ? ਤੁਹਾਨੂੰ ਮੀਨਿੰਗ 'ਚ ਹੀ ਦੱਸਦਾ ਸੀ ਵੀ ਜਿੱਥੇ ਕੋਸਟ ਤੇ ਫਾਈਨੈਂਸ਼ੀਅਲ ਬੁੱਕਸ ਦੋਵੇਂ ਇਕੱਠੇ ਰੱਖੇ ਜਾਂਦੇ ਹਨ ਉਸ ਆਰਗੇਨਾਈਜੇਸ਼ਨ ਦੇ ਵਿੱਚ ਕਿ ਰਿਕਨਸੀਲੇਸ਼ਨ ਦੀ ਕੀ ਜ਼ਰੂਰਤ ਨਹੀਂ ਪੈਂਦੀ। ਤਾਂ ਪਹਿਲਾ ਹੀ ਐਡਵਾਂਟੇਜ ਇਹ ਹੈ ਦੇਅਰ ਇਜ਼ ਨੋ ਨੀਡ ਟੂ ਰਿਕਨਸਾਈਲ ਦਾ ਪ੍ਰੋਫਿਟ ਅਸਰਟੇਨ ਬਾਈ ਕੋਸਟ ਅਕਾਊਂਟ ਵਿਦ ਦੈਟ ਇਨਫੋਰਮੇਸ਼ਨ ਰਿਕਾਰਡ ਇਨ ਕਹਿੰਦਾ ਫਾਈਨੈਂਸ਼ੀਅਲ ਅਕਾਊਂਟ ਸਿੰਸ ਓਨਲੀ ਵਨ ਪ੍ਰੋਫਿਟ ਐਂਡ ਲੋਸ ਅਕਾਊਂਟ ਇਜ਼ ਪ੍ਰੀਪੇਅਰ ਫਰੋਮ ਦਾ ਇਨਫੋਰਮੇਸ਼ਨ ਰਿਕਾਰਡ ਇਨ ਦਾ ਕੋਸਟ ਅਕਾਊਂਟ। ਵੀ ਇੱਥੇ ਕਹਿੰਦਾ ਰਿਕਨਸਾਈਲ ਕਰਨ ਦੀ ਲੋੜ ਨਹੀਂ। ਜਿਹੜਾ ਪ੍ਰੋਫਿਟ ਆਪਾਂ ਕੋਸਟ ਅਕਾਊਂਟ ਦਾ ਪਤਾ ਕੀਤਾ ਗਿਆ ਹੁੰਦਾ ਕਿ ਇਹਦੇ ਨਾਲ ਫਾਈਨੈਂਸ਼ੀਅਲ ਅਕਾਊਂਟ ਨਾਲ ਕਿ ਮੈਚ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਇਹਦੇ ਵਿੱਚ ਸਿਰਫ ਇੱਕ ਹੀ ਪ੍ਰੋਫਿਟ ਐਂਡ ਲੋਸ ਅਕਾਊਂਟ ਤਿਆਰ ਕੀਤਾ ਜਾਂਦਾ ਹੈ। ਇਹਦੇ ਵਿੱਚ ਕੀ ਹੈ ਇੱਕ ਹੀ ਪ੍ਰੋਫਿਟ ਐਂਡ ਲੋਸ
तैयार किया जाता है, जिस कि आप सारी इन्फॉर्मेशन की है कोस्ट काउंटिंग की होंगी वो रिकॉर्ड किया उतो ही लैके सारी इन्फॉर्मेशन जो कोस्ट काउंटिंग रिकॉर्ड होंगी है वो बेस से प्रॉफिट एंड लॉस अकाउंट की किया जाता है, तैयार किया। कोई सैपरेट प्रॉफिट एंड लॉस अकाउंट तैयार नहीं किया, ना ही कोस्ट का तैयार किया, ना ही फ्रैशर। ये की तैयार किया, सिर्फ एक ही प्रॉफिट एंड लॉस अकाउंट तैयार किया जाता। सारी इन्फॉर्मेशन आप कितों लै लैने कोस्ट काउंटिंग के लै लैने पर रिकॉर्ड जी की होंगी इन्फॉर्मेशन। समझ गए भी इतने कि रिकनसिलेशन की जरूरत नहीं पैंती। फर्स्ट पॉइंट क्लीयर है। हुण सैकेंड पॉइंट, देयर इज़ नो डुप्लीकेशन ऑफ रिकॉर्डिंग एंड एफर्ट्स एज इन नॉन इंटैग्रिकल सिस्टम एज सच। कहना दिस सिस्टम इज सिंपल एंड इकनॉमिकल। कहना ये कोई डुप्लीकेशन रिकॉर्डिंग नहीं होंगी, क्योंकि देखो हूँ तुहानूं पता कोस्ट ते फाइनैशियल के दोवें इकट्ठियां रखी जांदियां बुक्स। एक सैल्फ कंटेन लेजर होंदी जिस सारी ट्रांजैक्शन की है रिकॉर्ड की जाती। कोई अलग अलग बुक्स है नहीं, जो कोई अलग अलग लेजर तो आप तैयार करते नहीं, सारी एक बुक्स ही होंदी है। तो कहते इत्थे कोई डुप्लीकेशन रिकॉर्ड कोई एजी रिकॉर्डिंग भी दो बारी होने की चांस नहीं है भी कोई एजी ट्रांजैक्शन है जी हो जाए दो बारी रिकॉर्ड होता कोई ये की चांस नहीं होंदा। कहता एफर्स जबकि एफर्स की होंगे नॉन इंटैग्रिकल सिस्टम च बने रहते हैं, ये एफर की बने रहते हैं नॉन इंटैग्रिकल सिस्टम च डुप्लीकेशन की है सिस्टम बनया रहता है। गलती ना की दो बारी एंट्री की हो सकती है, रिकॉर्ड हो सकती है, क्योंकि उत्ते कोस्ट ते फाइनैशियल बुक्स के दोवें की है अलग अलग रखी जाती है। जबकि इस सिस्टम के कोई डुप्लीकेशन की है कोई रिकॉर्डिंग नहीं होंगी, इस करके ज़्यादा की होंगी है नॉन इंटैग्रिकल सिस्टम के होंगी है। तो कहते भी जो ये सिस्टम है जो इंटैग्रिकल सिस्टम है वो कि सिंपल भी है तो इकनॉमिकल भी है, सधारण भी है तो आर्थिक भी है। थर्ड पॉइंट, दिस सिस्टम टेंड टू कोऑर्डिनेट द फंक्शन ऑफ डिफरेंट सेक्शन ऑफ द अकाउंट्स डिपार्टमेंट सिंस ऑल एफर्ट्स आर इंटीग्रेटेड एंड डायरेक्टेड टुवर्ड अचीवमेंट ऑफ जेडे अपने कोई वन एम्ड एट प्रोवाइडिंग हाई लैवल ऑफ एफिशिएंसी। कि जोड़ा ये सिस्टम है ये तालमेल रखता है कि रखता है जो अपने को डिफरेंट सेक्शन ऑफ अकाउंट्स होंगे है उन्होंने विचकार के उन्होंने कामों विचकार के तालमेल बनाई रखता है। और डिपार्टमेंट विचकार जो सारे आल एफर्ट्स की लगे होंगे इंटीग्रेट च लगे होंगे एकजुटता लगे होंगे है किनू अचीवमेंट करने क्योंकि सारे का मेन एम ही होंगे भी आप हाई लैवल एफिशिएंसी अचीव करनी है, भी ज़्यादा की है निपुणता हासिल करनी है। सारे का की अचीवमेंट उ होंगे उन्होंने अपने की करना होंगे अचीव करना होंगे। द अकाउंटिंग प्रोसीजर कैन बी सिंपलीफाइड एंड द सिस्टम कैन बी सेंट्रलाइज्ड। क्योंकि देखो जो अकाउंटिंग प्रोसीजर सिंपलीफाई है यह सिस्टम के केंद्रीकरण है विद द ऑब्जेक्टिव अचीविंग ए ग्रेटर कंट्रोल ओवर द ऑर्गेनाइजेशन, जिस आप ऑर्गेनाइजेशन की कर सकते हैं वधिया तरीके उन्होंने नियंत्रण कर सकते हैं तो ऑब्जेक्टिव की कर सकते अचीव कर सकते हैं तो ऑर्गेनाइजेशन की कर सकते आप नियंत्रण कर सकते हैं। लिखा ना भी अकाउंटिंग प्रोसीजर कैन बी सिंपलीफाई, भी अकाउंटिंग प्रोसीजर आप सिंपलीफाई करता इंटैग्रिकल अकाउंट सिस्टम के नाल। ये सिस्टम किहड़ा होंदा सेंट्रलाइज सिस्टम होंदा इंटैग्रिकल अकाउंट क्योंकि केंद्रीकरण होंदा है क्योंकि एक व्यक्ति को ही कंट्रोल होंदा सारा। यदा मुख्य उद्देश्य की होंदा विद ऑब्जेक्टिव अचीविंग वी के ग्रेटर कंट्रोल ऑफ द ऑर्गेनाइजेशन दे की है वधिया की बना के रखता है कंट्रोल बना के रखता है। नैक्सट पॉइंट की है अपने को कि द सिस्टम क्रिएट कंडीशंस विच आर मेंटली सुटेबल फॉर द इंट्रोडक्शन ऑफ मैकेनिज्म अकाउंटिंग। कहते एक ही है जी अपने को कोई भी आप कंप्यूटर कोई भी एक्टिविटीज़ करने अकाउंट्स करने अपने ठीक है वो भी की है ये वधिया है। कहते सिस्टम की वधिया कंडीशन हालात क्रिएट करता है जी कि अपनी सुटेबल होंगी है कि मैकेनिज्म अकाउंटिंग जी आप की है मशीनरी द्वारा भी की कर सकते अकाउंट कर सकते हो कि अजकल कंप्यूटर है उन्होंने की किया मशीनरी च लै गया। तो इस करके की है इंट्रोडक्शन ऑफ मैकेनिज्म अकाउंट उन्हें की लेता मैकेनिज्म अकाउंटिंग इंट्रोडक्शन में लैके आंदा सुटेबल लैके आंदा। देयर इज़ नो पॉसिबिलिटी ऑफ ओवरलुकिंग एनी एक्सपेंसिव अंडर दिस। इस सिस्टम के अंतर्गत कोई वाधू खर्चे नहीं पाए जाते की नहीं पाए जाते ना तो कोई वाधू खर्चे देखे जाते ना ही वाधू खर्चे पैन की होंगी ये कोई संभावना होंगी है। एज ए कॉस्ट काउंटिंग आर पोस्टर स्ट्रेट फ्रॉम द बुक्स ऑफ रीजनल एंट्री कि जी कॉस्ट काउंटिंग की जी पोस्टर की जाती है ट्रांजैक्शन वो सीधा बुक्स ऑफ रीजनल एंट्री च की जाती है रिकॉर्ड की। देयर इज़ नो डिले इन ऑबटेनिंग द डाटा कहते इतने कोई भी डाटा प्राप्त करने की नहीं होंगी देरी नहीं होंगी भी कॉस्ट काउंटिंग जी आप ट्रांजैक्शन पोस्ट करते सीधा रीजनल बुक के होंगी है कितों होंगी है रीजनल बुक्स की होंगी जर्नल्स होंगी है उत्थों कहता अपने को की सीधा उत्थे आके कॉस्ट काउंटिंग की होंगी पोस्टड हो जाती है जिस तरह कि आप कोई भी डाटा ऑबटेन करना वो कोई देरी नहीं होंगी की नहीं होंगी देरी नहीं होंगी। देयर इज़ आटोमैटिक चैक ऑन द करैक्शन ऑफ कॉस्ट डाटा क्या ये आटोमैटिक ही चैक कर लेंदा है जो कॉस्ट डाटे की है। इट इंश्योर डैट आल लिटिमेट एक्सपेंडिचर इंक्लूडिंग कॉस्ट काउंट रिलेबल एंड प्रूफ डाटा प्रोवाइड टू मैनेजमेंट फॉर डिसीजन। फिर ये इंश्योर किया जाए भी सारा जो एक्सपेंडिचर है कॉस्ट काउंटिंग भरोसेयोग होना चाहिए क्योंकि वो जो डाटा आप मैनेजमेंट प्रोवाइड करते हैं तो जो फैसला है कोई मैनेजमेंट का काम तो सिर्फ फैसला लेना होता है उन्हें सिर्फ जो डाटा प्रोवाइड किया तो बेसिक लेने होंगे डिसीजन लेने होंगे। इस करके वो सारे की होने चाहिए रिलायबल होना चाहिए डाटा की होना चाहिए रिलायबल भरोसेयोग होना चाहिए। नैक्सट कहना इंटीग्रेट काउंटिंग वाइडनेस द आउटलुक ऑफ द अकाउंटेंट इज स्टाफ दे कैन टेक
ਬ੍ਰੋਡਰਸ ਵਿਊ ਆਫ ਥਿੰਗਸ। ਵੀ ਜਿਹੜਾ ਇੰਟੀਗਰੇਟਡ ਅਕਾਊਂਟਿੰਗ ਸਿਸਟਮ ਹੈ, ਠੀਕ ਹੈ, ਆਪਾਂ ਨੂੰ ਸਿਰਫ ਕਹਿੰਦਾ ਇੱਕੋ ਹੀ ਅਕਾਊਂਟੈਂਟ ਰੱਖਣਾ ਪੈਂਦਾ। ਕਿਉਂਕਿ ਆਪਾਂ ਨੂੰ ਬਸ ਦੇਖੋ ਇੰਟੀਗਰੇਟਡ ਅਕਾਊਂਟਿੰਗ ਸਿਸਟਮ ਜਿਹੜਾ ਕਿ ਵਾਈਡਨੈਸ ਆਊਟਲੁੱਕ ਆਫ ਅਕਾਊਂਟੈਂਟ, ਵੀ ਜਿਹੜੀ ਅਕਾਊਂਟੈਂਟ ਦੀ ਆਊਟਲੁੱਕ ਹੁੰਦੀ ਹੈ ਵਾਈਡਨੈਸ ਹੁੰਦੀ ਹੈ, ਕਾਫੀ ਕੀ ਹੈ ਖੇਤਰ ਵਿੱਚ ਹੁੰਦੀ ਹੈ। ਹਿਜ਼ ਸਟਾਫ ਐਂਡ ਦੇ ਕੈਨ ਟੇਕ ਬੋਰਡਰ ਵਿਊ ਆਫ ਥਿੰਗਸ। ਜਿਹੜੇ ਉਹਦਾ ਸਟਾਫ ਹੁੰਦਾ ਉਹ ਕੀ ਦੇਖ ਰਿਹਾ ਹੁੰਦਾ, ਉਹਦੇ ਵਿਊਜ਼ ਥਿੰਗਸ ਨੂੰ ਕੀ ਹੈ ਦੇਖ ਰਹੇ ਹੁੰਦੇ। ਬਰੋਡਰ ਵਿਊ ਦਾ ਵਿਊਜ਼ ਥਿੰਗਸ ਕਿੰਨੇ ਕੁ ਬਰੋਡਰ ਤੱਕ ਹੈ, ਮਤਲਬ ਕਿੰਨੇ ਖੇਤਰ ਤੱਕ ਹੈ ਉਹਦੇ ਵਿਊ ਆਫ ਥਿੰਗਸ। ਫਰੋਮ ਫਿਜ਼ੀਕਲ ਪੁਆਇੰਟ ਆਫ ਵਿਊ ਇਟ ਸ਼ੋਜ਼ ਦ ਕੰਪਲੀਮੈਂਟਰੀ ਸਟੇਟਸ ਆਫ ਕੋਸਟ ਐਂਡ ਫਾਈਨੈਂਸ਼ੀਅਲ ਅਕਾਊਂਟੈਂਟ ਵਿਚ ਨੀਡ ਟੂ ਬੀ ਕੰਸੀਡਰ ਸੈਪਰੇਟ ਵੇਟ ਰੇਟ ਕੰਪੈਰੀਵੇਟ। ਵੀ ਇਹ ਕੀ ਹੋਣਾ ਚਾਹੀਦਾ, ਆਪਣਾ ਸਸਤਾ ਪੈਦਾ ਹੋਣਾ ਚਾਹੀਦਾ। ਵੀ ਮਤਲਬ ਕੀ ਹੋਣਾ ਚਾਹੀਦਾ ਸਾਈਕੋਲੋਜੀਕਲ, ਮਤਲਬ ਆਪਾਂ ਕਹਿੰਦੇ ਪੁਆਇੰਟ ਆਫ ਵਿਊ ਕਹਿੰਦੇ ਕੰਪਲੀਮੈਂਟਰੀ ਸਟੇਟਸ ਹੁੰਦਾ ਹੈ। ਕੰਪਲੀਮੈਂਟਰੀ ਸਟੇਟਸ ਕੀ ਸ਼ੋ ਕਰਦਾ, ਵੀ ਆਪਾਂ ਇੱਕ ਦੂਜੇ ਨਾਲ ਕੀ ਕਰ ਸਕੀਏ ਕੰਪੈਰੀਜ਼ਨ ਕਰ ਸਕੀਏ, ਕਹਿੰਦੇ ਕੰਪਲੀਮੈਂਟ ਦੇ ਸਕੇ ਕਿਸੇ ਨੂੰ ਕੋਸਟ ਤੇ ਫਾਈਨੈਂਸ਼ੀਅਲ ਅਕਾਊਂਟ ਨੂੰ, ਜਿਹੜੀ ਕਿ ਆਪਾਂ ਨੂੰ ਜ਼ਰੂਰਤ ਹੈ ਅੱਜ। ਕਿਉਂਕਿ ਕਿਸ ਵਾਸਤੇ ਐਜ਼ ਏ ਸੈਪਰੇਟ ਵੇਟ ਰੇਟ ਕੰਪੈਰੀਮੈਂਟ ਵਾਸਤੇ, ਕਿਸ ਵਾਸਤੇ ਸੈਪਰੇਟ ਵੇਟ ਰੇਟ ਜਿਹੜੀ ਆਪਣੇ ਕੋਲ ਵੇਟਰ ਟਾਈਟ ਹੁੰਦੀ ਆਪਣੇ ਕੋਲ ਕੰਪਾਰਟਮੈਂਟ ਵਾਸਤੇ ਕੀ ਜ਼ਰੂਰਤ ਹੈ। ਹੁਣ ਕਹਿੰਦਾ ਨੈਕਸਟ ਕੀ ਹੈ ਪ੍ਰੀਕਿਊਜ਼ਿਟ ਇੰਟੈਗਰੇਟਡ ਅਕਾਊਂਟਿੰਗ ਸਿਸਟਮ। ਵੀ ਆਪਣੇ ਕੋਲ ਪ੍ਰੀਕਿਊਜ਼ਿਟ ਕੀ ਹੈ, ਪ੍ਰਿੰਸੀਪਲਸ ਕੀ ਹੈ ਇੰਟੈਗਰੇਟਡ ਅਕਾਊਂਟ ਸਿਸਟਮ ਦੇ ਵਿੱਚ ਆਪਣੇ ਕੋਲ। ਕਹਿੰਦਾ ਡਿਗਰੀ ਆਫ integration must be determined. Some undertaking find its satisfactions made to integrate up to the stage of prime cost, factory cost, while other concern integrate the whole of the record in which cost and financial accounts cannot be distinctioned। ਕਹਿੰਦਾ ਕੀ ਕਹਿੰਦਾ ਹੁਣ ਆਪਣੇ ਕੋਲ ਇਹਦੇ ਵਿੱਚ ਕਿ ਆਪਣੇ ਕੋਲ ਜਿਹੜੀ ਇੰਟੀਗ੍ਰੇਸ਼ਨ ਦੀ ਹੈ ਸਾਨੂੰ ਡਿਗਰੀ ਤੈਅ ਕਰਨੀ ਚਾਹੀਦੀ ਹੈ, ਵੀ ਡਿਟਰਮਿਨ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ। ਡਿਗਰੀ ਹੁੰਦੀ ਹੈ ਵੀ ਇੱਥੋਂ ਹੱਦ ਤੱਕ ਕਿ ਆਪਣੇ ਕੀ ਹੈ ਜਿਹੜੇ ਖਰਚੇ ਪਾਉਣੇ ਸਹੀ ਤਰੀਕੇ ਨਾਲ ਹੋਣੇ ਚਾਹੀਦੇ ਹੈ। ਸਮ ਅੰਡਰਟੇਕਿੰਗ ਫਾਈਂਡ ਇਟ ਸੈਟਿਸਫੈਕਟਰ ਮੇਡ ਟੂ ਇੰਟੀਗ੍ਰੇਟਡ, ਕਿ ਸਾਨੂੰ ਕੀ ਹੈ कुछ के जे सैटिस्फैक्टर फाइंड आउट करना चाहिए अप टू स्टेज ऑफ प्राइम कॉस्ट, फैक्ट्री कॉस्ट, वाइल अदर कंसर्न इंटीग्रेट होल ऑफ द रिकॉर्ड। ये सारी चीज़ें आप कोस्ट के रिकॉर्ड करते हैं। पर फाइनेंशियल अकाउंट कैन नॉट बी डिस्ट्रिक्शंस। भी फाइनेंशियल अकाउंट इन्हों तो की नहीं है वक् नहीं है, फाइनेंशियल अकाउंट इन्हों तो की नहीं है वक् नहीं है। लिखा ना भी ये सारा कंसर्न इंटीग्रेट होल ऑफ द रिकॉर्ड इन विच कोस्ट एंड फाइनेंशियल अकाउंट कैन नॉट बी डिस्ट्रिक्शन। इन्होंने दोनों की है वक् वक् नहीं किया जा सकता, क्योंकि सारी कि रिकॉर्ड होंगे कोस्ट एंड फाइनेंशियल अकाउंट के सारे की रिकॉर्ड इन्होंने आप वखरा नहीं कह सकते। इन्होंने की नहीं कह सकते वखरा नहीं कह सकते। ताई जे वखरा कह देंगे तो फिर इंटैग्रल किमें रह जाऊगा। तो दोनों की है इकट्ठा ही कहा भी कोस्ट से फाइनेंशियल अकाउंट की लिखा ना देखो कि ना सैटिस्फैक्शन मेड टू इंटीग्रेट अप टू डिग्री, भी अपनों अप टू स्टेज तय कर देनी चाहिए। भी एकजुटता स्टेज कितनी होनी चाहिए, प्राइम कॉस्ट कितनी होनी चाहिए, फैक्ट्री कॉस्ट कितनी है, फाइल वाइल अदर कंसर्न इंटीग्रेट द होल ऑफ द रिकॉर्ड इन विच कॉस्ट एंड फाइनेंशियल अकाउंट कैन नॉट बी डिस्ट्रिक्शन। भी इन्होंने वखरा नहीं समझना चाहिए। सैकेंड द डिग्री ऑफ इंटीग्रेशन भी डिटरमिन क्लासीफिकेशन ऑफ एक्सपेंडिचर्स। भी जी अपनी इंटीग्रेशन डिग्री तय करनी है वो एक्सपेंडिचर के क्लासीफिकेशन के बेस से की करनी अपने तय करनी है। जी अपनी इंटीग्रेशन की डिग्री तय करनी है कि बेस से करनी है क्लासीफिकेशन ऑफ एक्सपेंडिचर के बेस से। द एक्सपेंडिचर इज क्लासीफाइड हेयर अकॉर्डिंग टू फंक्शन, कि जी अपने एक्सपेंडिचर खर्चे तय करने उन्होंने कमां के अकॉर्डिंग की करने क्लासीफाई करने हैं। पहले थोड़ा पता चल गया भी जी डिग्री आप इंटीग्रेशन की डिग्री तय करनी है वो कि बेस से करनी है क्लासीफिकेशन एक्सपेंडिचर। जो एक्सपेंडिचर क्लासीफाई करने उन्होंने फंक्शन के बेस से करने हैं, उन्होंने नेचर के बेस से नहीं करने सगों फंक्शन के बेस से करनी है। ऑफिस एक्सपेंसिस, सैलिंग एक्सपेंसिस सैप्टर नॉट अकॉर्डिंग टू नेचर, उन्होंने अकॉर्डिंग नेचर के अकॉर्डिंग नहीं किए बेस से करने अपने फंक्शन के बेस से, जिवें ऑफिस एक्सपेंस सैलिंग एक्सपेंसिस। होवेवर कंट्रोल अकाउंट्स आर मेनटेन फॉर ईच एलीमेंट ऑफ कॉस्ट, क्या सानू की कंट्रोल अकाउंट्स मेनटेन करने पैंदे। अपने लिखी है हम स्टोर लेजर कंट्रोल अकाउंट होंदा है, ठीक है, वर्क इन प्रोग्रेस लेजर कंट्रोल अकाउंट, सारे की अपन की कहने कंट्रोल अकाउंट मेनटेन करने पैंदे हैं हरेक कॉस्ट एलीमेंट के लिए। इस सूटेबल कोडिंग सिस्टम शुड बी अवेलेबल, कहने ये एक वधिया कोडिंग सिस्टम अवेलेबल किया जाए टू सर्व द अकाउंटिंग परपज़ ऑफ फाइनेंशियल कॉस्ट काउंटिंग, तां जो अपने को जो फाइनेंशियल ते कॉस्ट काउंट के उद्देश्य की किया जा सके पूरा किया जा सके। भी इन्हां लई एक वधिया सूटेबल अकाउंटिंग सिस्टम होना चाहिए। हूँ नैक्सट आ गया अपने को फुल डिटेल ऑफ आइटम्स पोस्ट टू कंट्रोल अकाउंट्स आर सप्लाइड टू द कॉस्ट ऑफिस नूं। भी सानू कि जी आइटम्स है फुल डिटेल की सानू पोस्ट करनी चाहिए कंट्रोल अकाउंट्स। जो कंट्रोल अकाउंट्स स्टोर लेजर्स हो गए, ठीक है, फिनिश्ड हो गए, वर्क इन प्रोग्रेस हो गए, ठीक है, सैलिंग एंड डिस्ट्रीब्यूशन जो भी कंट्रोल वेजेस कंट्रोल अकाउंट हो गए सारे, कहना अपन जिन्नी भी आप सारी डिटेल वो पोस्ट करते हैं वो सारी डिटेल किनू सप्लाई करनी चाहिए, कॉस्ट ऑफिस सप्लाई करनी चाहिए उन्होंने सहूलत के इंटरवल के सहूलत मुताबिक। इन्फॉर्मेशन इज दैन डिलेड विद बाय द कॉस्ट ऑफिस इन अकॉर्डेंस विद द सिस्टम ऑफ कॉस्टिंग इन फोर्स। क्या इन्फॉर्मेशन की होनी चाहिए दैन डील्ड विद बाय द कॉस्ट ऑफिस द्वारा इन अकॉर्डेंस भी उन्होंने अकॉर्डिंग विद द सिस्टम ऑफ कॉस्टिंग इन फोर्स, भी किमें आप सिस्टम में फोर्स लैके आ रहे हैं।
द अमाउंट ऑफ डिटेल रिकॉर्डिंग इन द लेजर भी जी अमाउंट ऑफ डिटेल है आप रिकॉर्ड करते हैं लेजर यूजली कीप टू मिनिमम फुली इन्फॉर्मेशन रिगार्डिंग ईच डिपार्टमेंट या प्रोसैस बीइंग भी कंटेन इन टैबूलेटर्स द टैबूलेशन ਦੇ ਵਿੱਚ ਆਪਾਂ ਨੂੰ ਕੀ ਹੈ ਕਰਨਾ ਚਾਹੀਦਾ ਹੈ ਵੀ ਜਿਹੜੀ ਇਹਦੇ ਵਿੱਚ ਦ ਅਮਾਊਂਟ ਆਫ ਡਿਟੇਲ ਰਿਕਾਰਡ ਕਰਨੀ ਆਪਣੇ ਲੇਜ਼ਰ ਦੇ ਵਿੱਚ ਉਹ ਕਹਿੰਦਾ ਆਪਾਂ ਨੂੰ ਇਹ ਕੈਪਟਨ ਮਿਨੀਮਮ ਫੁੱਲੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਵੀ ਤਾਂ ਜੋ ਆਪਾਂ ਉਹ ਜਿਹੜੀ ਇਨਫੋਰਮੇਸ਼ਨ ਹੈ ਕਿਤੇ ਉਹ ਡਿਪਾਰਟਮੈਂਟ ਨੂੰ ਦੇ ਸਕੀਏ ਸਾਰੇ ਪ੍ਰੋਸੈਸ ਨਾਲ ਰਿਲੇਟਡ ਲਈ ਵੀ ਕਿਉਂਕਿ ਉਹਦੇ ਵਿੱਚ ਕੀ ਆਪਾਂ ਨੂੰ ਕੀ 'ਚ ਪੇਸ਼ ਕਰੀਏ ਕਿ ਟੈਬੂਲੇਸ਼ਨ 'ਚ ਪੇਸ਼ ਕਰਨਾ ਚਾਹੀਦਾ ਕੀ 'ਚ ਪੇਸ਼ ਕਰਨਾ ਚਾਹੀਦਾ ਹੈ ਟੈਬੂਲੇਸ਼ਨ ਦੇ ਵਿੱਚ ਕਰਨਾ ਚਾਹੀਦਾ ਜਾਂ ਟੈਬੂਲੇਟਰਸ ਦੇ ਵਿੱਚ ਕਹਿੰਦਾ जो कि अपन की कौन प्रिपेयर करता है कॉस्ट ऑफिस प्रिपेयर करता है कौन प्रिपेयर करता है कॉस्ट ऑफिस प्रिपेयर करता है दिस टैबूलेशंस आर सम टाइम रैफर्स टू द एज थर्ड एंट्रीज कहता अपने को जी टैबूलेशन होंगी है सम टाइम रैफर्स टू एज थर्ड एंट्रीज टू फिजिट दे आर नॉट ए पार्ट ऑफ डबल एंट्री सिस्टम भी जी थर्ड एंट्रीज होंगी है उन्होंने डबल एंट्री पार्ट सिस्टम का की जोर दिता जाता है डबल एंट्री पार्ट सिस्टम का की ना मन्निया जाए उन्होंने हिस्सा ना मन्निया जाए भी मेन गल ये है भी ये जिन्नी भी अमाउंट डिटेल रिकॉर्ड की जाऊ ਦੇ ਵਿੱਚ ਉਹਨੂੰ ਆਪਣੀ ਮਿਨੀਮਮ ਫੁੱਲ ਇਨਫੋਰਮੇਸ਼ਨ ਦੇਣੀ ਹੈ ਵੀ ਰਿਗਾਰਡਿੰਗ ਕਿਹਦੇ ਈਚ ਡਿਪਾਰਟਮੈਂਟ ਦੇ ਪ੍ਰੋਸੈਸ ਨਾਲ ਰਿਗਾਰਡਿੰਗ ਕਿਉਂਕਿ ਉਹਦੇ ਵਿੱਚ ਸਾਰੀ ਕੀ ਹੈ ਟੈਬੂਲੇਸ਼ਨ ਦੇ ਰੂਪ ਵਿੱਚ ਆਪਾਂ ਨੂੰ ਕੀ ਹੈ ਪੇਸ਼ ਟੈਬੂਲੇਸ਼ਨ ਹੁੰਦਾ ਇੱਕ ਡੱਬੇ ਦੇ ਫਾਰਮ ਦੇ ਵਿੱਚ ਜੋ ਕਿ ਕੋਸਟ ਆਫਿਸ ਨੇ ਕੀ ਕਹਿਣਾ ਹੁੰਦਾ ਪ੍ਰੋਵਾਈਡ ਕਰਨਾ ਹੁੰਦਾ ਹੈ ਟੈਬੂਲੇਸ਼ਨ ਕੀ ਹੈ ਸਮ ਟਾਈਮ ਰੈਫਰ ਥਰਡ ਐਂਟਰੀਜ਼ ਕਈ ਵਾਰ ਕੀ ਹੈ ਔਰ ਤੀਜੀ ਐਂਟਰੀ ਤੇ ਜੋੜ ਦੇਦਾ ਪ੍ਰੋ ਕੀ ਹੈ ਡਬਲ ਐਂਟਰੀ ਸਿਸਟਮ ਦੁਆਰਾ ਕੀ ਤੀਜੀ ਐਂਟਰੀ ਨੂੰ ਕੀ ਹੈ ਇਹ ਮਾਨਤਾ ਨਹੀਂ ਦਿੱਤੀ ਗਈ ਪਾਰਟ ਨਹੀਂ ਸਮਝਿਆ ਗਿਆ ਕਹਿੰਦਾ ਫॉर ਪ੍ਰੀਪਰੇਸ਼ਨ ਕਿਉਂਕਿ ਦੇਖੋ ਹੁਣ ਤੁਸੀਂ ਆਪ ਦੇਖੋ ਡਬਲ ਐਂਟਰੀ ਸਿਸਟਮ ਦੇ ਅਕੋਰਡਿੰਗ ਕਹਿੰਦੇ ਪਾਰਟ ਨਹੀਂ ਹੈਗਾ ਦੀ ਥਰਡ ਐਂਟਰੀਜ਼ ਦਾ ਆਪਾਂ ਨੇ ਤੁਹਾਨੂੰ ਦੇਖਿਆ ਆਪਾਂ ਜਿੰਨੇ ਵੀ ਜਨਰਲ ਐਂਟਰੀ ਰਿਕਾਰਡ ਕਰਦੇ ਆਂ ਆਪਾਂ ਇਹਦੇ ਵਿੱਚ ਇੰਟੈਗਰੇਟ ਤੁਹਾਨੂੰ ਪਹਿਲਾਂ ਨੋਨ ਇੰਟੈਗਰੇਟ ਚੈਪਟਰਸ ਆਪਾਂ ਡਬਲ ਐਂਟਰੀ ਦੇ ਬੇਸ ਤੇ ਕੀਤੀ ਸੀ ਕਿਤੇ ਬੇਸ ਤੇ ਕੀਤੀ ਸੀ ਇੱਕ ਡੈਬਿਟ ਹੁੰਦੀ ਸੀ ਦੂਜੀ ਕ੍ਰੈਡਿਟ ਹੁੰਦੀ ਸੀ ਇੱਕ ਡੈਬਿਟ ਹੁੰਦੀ ਸੀ ਦੂਜੀ ਕੀ ਹੁੰਦੀ ਸੀ ਕ੍ਰੈਡਿਟ ਹੁੰਦੀ ਸੀ ਆਪਾਂ ਕਿਸੇ 'ਚ ਵੀ ਤਿੰਨ ਐਂਟਰੀ ਨਹੀਂ ਪਾਈ ਸੀ ਤਾਂ ਕਹਿੰਦੇ ਇਹਦੇ ਵਿੱਚ ਦੀ ਸਟੈਬਲਿਸ਼ ਸਮ ਟਾਈਮ ਰੈਫਰ ਟੂ ਥਰਡ ਐਂਟਰੀਜ਼ ਤੇ ਫਿਜ਼ਿਟ ਦੈਟ ਦੇ ਨੋਟ ਏ ਪਾਰਟ ਆਫ ਡਬਲ ਐਂਟਰੀ ਸਿਸਟਮ ਇਹਨੂੰ ਕਿ ਡਬਲ ਐਂਟਰੀ ਪਾਰਟ ਸਿਸਟਮ ਦਾ ਕੀ ਨਹੀਂ ਮੰਨਿਆ ਜਾਂਦਾ ਹਿੱਸਾ ਨਹੀਂ ਮੰਨਿਆ ਜਾਂਦਾ ਫॉर प्रिपरेशन ऑफ इंटरम भी जो अंतरिम खाते होंगे दे मस्ट बी इन एग्रीड रूटीन फॉर ट्रीटमेंट फॉर एक्रूल प्रीपेड एक्सपेंसिज अदर नसैसिटी एडजस्टमेंट भी सानू कि अंतरिम खाते प्रिपेयर करने चाहिए किस वास्ते प्रिपेयर करने चाहिए सानू पता चल सके भी अपने ट्रीटमेंट किमें करने रूटीन एक्रूल आउटस्टैंडिंग एक्सपेंस किमें ट्रीट करने प्रीपेड एक्सपेंस किमें करने अदर नसैसिटी एडजस्टमेंट किमें इसलिए इन्होंने इंटरिम अकाउंट्स की प्रिपेयर करनी जरूरी है there should be perfect coordination between the staff responsible for the financial and cost aspect to ensure the efficient processing of counting document ਕਹਿੰਦੇ ਇਸ ਲਈ ਕਹਿੰਦੇ there should be perfect coordination ਹੋਣਾ ਚਾਹੀਦਾ ਹੈ ਉਹਨਾਂ ਵਿਚਕਾਰ ਠੀਕ ਹੈ ਵੀ ਤਾਲਮੇਲ ਵਧੀਆ ਹੋਣਾ ਚਾਹੀਦਾ ਹੈ ਸਟਾਫ ਰਿਸਪੌਂਸਿਬਲ ਹੋਣਾ ਚਾਹੀਦਾ ਹੈ ਫਾਈਨੈਂਸ਼ੀਅਲ ਦੇ ਕੋਸਟ ਐਸਪੈਕਟ ਲਈ ਵੀ ਸ਼ੋਰ ਹੋ ਵੀ ਆਪਣੇ ਕਿ ਵਧੀਆ ਨਿਪੁੰਨਤਾ ਤਰੀਕੇ ਨਾਲ ਕੀ ਕਰ ਰਿਹਾ ਕਾਊਂਟਿੰਗ ਡਾਕੂਮੈਂਟ ਕੀ ਕੀਤੇ ਆਪਾਂ ਨੇ ਤਿਆਰ ਕੀਤੇ ਪ੍ਰੋਸੈਸਿੰਗ ਦੇ ਵਿੱਚ ਇਹ ਸੂਟੇਬਲ ਕਾਊਂਟਿੰਗ ਸਿਸਟਮ ਮਸਟ ਬੀ ਮੇਡ ਅਵੇਲੇਬਲ ਸਰਵ ਟੂ ਅਕਾਊਂਟੈਂਟ ਪਰਪਸ ਆਫ ਫਾਈਨੈਂਸ਼ੀਅਲ ਕੋਸਟ ਸਾਨੂੰ ਕਹਿੰਦੇ ਵਧੀਆ ਕੋਡਿੰਗ ਸਿਸਟਮ ਕੀ ਹੈ ਅਵੇਲੇਬਲ ਕਰਨਾ ਚਾਹੀਦਾ ਹੈ ਅਕਾਊਂਟਿੰਗ ਲਈ ਕਹਿੰਦਾ ਪਰਪਸ ਵਾਸਤੇ ਕਿਸੇ ਫਾਈਨੈਂਸ਼ੀਅਲ ਦੇ ਅਕਾਊਂਟਿੰਗ ਦੇ ਦੇਸ਼ਾਂ ਦੇ पर्पस वास्ते एक वधिया कोडिंग सिस्टम की होना चाहिए अवेलेबल करना चाहिए। सो फ्रेंड आज का टॉपिक यहीं पर कंप्लीट होता है। जो आपको ये वीडियो बहुत ही अच्छी लगी हो जो समझ आई हो प्लीज़ इस वीडियो को जरूर लाइक करो। थैंक यू फ्रेंड्स।